बहुत ਜ਼ਬਰਦਸਤ ਬੇਦਬੀ ਹੋਈ ਹੈ ਜਿਵੇਂ ਗੋਪਾ ਜੀ ਔਰ ਸਾਰੇ ਹੀ ਕਹਿ ਰਹੇ ਨੇ ਬਿਲਕੁਲ ਫੈਕਟ ਗੱਲ ਹੈਗੀ ਹੈ ਸਾਰੀ ਬੇਦਬੀ ਦਾ ਜ਼ਿੰਮੇਵਾਰ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਧਾਮੀ ਹੈਗਾ ਸ਼ਬਦ ਚੌਕੀ ਜੱਥਾ ਜੋ ਰਕਾਬਗੰਜ ਸਾਹਿਬ ਹੈ ਉਹਦਾ ਮੈਂ ਇੱਕ ਮੈਂਬਰ ਹੈਗਾ ਵਾਂ ਸਾਨੂੰ ਉੱਥੇ ਰੋਕ ਦਿੱਤਾ ਜਾਂਦਾ 8:30 ਵਜੇ ਸੁਖਾਸਨ ਕਰਨਾ ਹੈ ਜੀ ਉਸ ਤੋਂ ਬਾਅਦ 9 ਵਜੇ ਤੋਂ ਬਾਅਦ ਤੁਸੀਂ ਸ਼ਬਦ ਚੌਕੀ 9 ਵਜੇ ਤੋਂ ਬਾਅਦ ਨਹੀਂ ਕੱਢ ਸਕਦੇ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਜਦ 8:30 ਵਜੇ ਦਾ ਤੁਸੀਂ ਆਰਡਰ ਕੀਤਾ ਹੈ ਤੁਸੀਂ ਚਿੱਠੀ ਕੱਢ ਦਿੰਦੇ ਹੋ ਤੇ ਅੱਜ ਕਿਉਂ ਨਹੀਂ ਸੁਖਾਸਨ ਕਰ ਰਹੇ ਹੋ ਟਾਈਮ ਹੀ ਹੈਗਾ ਸੀ ਸੁਖਾਸਨ ਦਾ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਮੈਨੂੰ ਇਹ ਗੱਲ ਕਹੀ ਹੈ ਤੈਨੂੰ ਗੁਰੂ ਦੀ ਮਾਰ ਪਏਗੀ ਮਤਲਬ ਜੇ ਇਹ ਅਸੀਂ ਕਹਿ ਦਿੱਤਾ ਵੀ ਸੁਖਾਸਨ ਕਰੋ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਪੁਲਿਸ ਦੇ 40 ਬੰਦੇ ਉੱਥੇ ਮੌਜੂਦ ਸੀ ਜੀ ਉਸ ਤੋਂ ਬਾਅਦ ਜਦੋਂ ਸ਼ਾਮ ਦਾ ਟਾਈਮ ਆਇਆ ਜਦੋਂ ਮੈਂ ਉਹਨਾਂ ਕੋਲ ਜਾ ਕੇ ਪੁੱਛਿਆ ਮੈਂ ਕਿਹਾ ਜੀ ਜਦ ਇੰਨਾ ਬੇਦਬੀ ਹੋ ਰਹੀ ਗੁਰੂ ਮਹਾਰਾਜ ਦੀ ਬੇਦਬੀ ਹੋ ਰਹੀ ਹੈ ਇੰਨਾ ਮਾਹੌਲ ਖਰਾਬ ਹੋਇਆ ਹੈ ਕਿ ਤੁਸੀਂ ਮੀਟਿੰਗ ਐਡਜਰਨ ਨਹੀਂ ਕਰ ਸਕਦੇ ਤੁਹਾਡੇ ਕੋਲ ਪਾਵਰ ਨਹੀਂ ਹੈ ਕਹਿੰਦਾ ਨਹੀਂ ਜੀ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ ਮੈਂ ਕਿਹਾ ਕਿਉਂ ਬਈ ਪਾਵਰ ਕਿਉਂ ਨਹੀਂ ਹੈ ਉਹਨਾਂ ਨੇ ਇੱਕੋ ਗੱਲ ਕਹੀ ਜੀ ਮੈਂ ਪ੍ਰੋਟਮ ਚੇਅਰਮੈਨ ਬਣਾਤਾ ਇਸ ਕਰਕੇ ਮੇਰੇ ਕੋਲ ਕੋਈ ਪਾਵਰ ਨਹੀਂ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਕਿਹਾ ਸਵੇਰੇ ਤੁਹਾਡੇ ਕੋਲ ਪਾਵਰ ਹੈਗੀ ਸੀ ਹੁਣ ਸ਼ਾਮ ਨੂੰ ਤੁਹਾਡੇ ਕੋਲ ਪਾਵਰ ਕੋਈ ਨਹੀਂ पहली वोट कास्ट हुई दूसरी वेले उस बंदे ने जिसने वोट पाई नहीं हाले वो अपना लिख लुक के लिया के सारिਆਂ ਦੇ ਚ ਉਹਨਾਂ ਨੇ ਜਿਹੜੇ ਸਟੇਜ ਤੇ ਹੈਗੇ ਸੀਗੇ ਕੋ ਜੋ ਵੀ ਕਹਿ ਲਓ ਹੈ ਉਹਨਾਂ ਨੂੰ ਉਹਨੇ ਸਾਰੇ ਆਮ ਇਸ ਤਰ੍ਹਾਂ ਸਾਰਿਆਂ ਨੂੰ ਦਿਖਾ ਦਿੱਤੀ ਉਹ ਤੇ ਫਿਰ ਪਤਾ ਹੈ ਤੁਹਾਨੂੰ ਦਿਸ ਇਜ਼ ਰੌਂਗ ਕੋਈ ਸਿੱਖ ਮਰਿਆਦਾ ਦੇ ਹਿਸਾਬ ਨਾਲ ਤੇ ਹੈ ਮਾੜਾ ਕੰਮ ਹੋਇਆ ਹੈ नहीं माड़ा काम होया या बेदबी हुई है ਬੇਦਬੀ ਹੈ ਗੁਰੂ ਸਾਹਿਬ ਦੀ ਉਹ ਉਸ ਦੇ ਅੰਦਰ ਪੁਲਿਸ ਦਾ पीसी ਦੇ ਪ੍ਰਧਾਨ ਦੇ ਸਾਹਮਣੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਕੱਤਰਾਂ ਸਾਹਮਣੇ ਮੈਂਬਰਾਂ ਸਾਹਮਣੇ ਸਾਰੇ ਮੋਹਤਬਾਰ ਲੋਕ ਉੱਥੇ ਹੈਗੇ ਸੀਗੇ ਸਿਰਫ ਇੱਕੋ ਹੀ ਸੀਗਾ ਬਈ ਇਹ ਵਾਲੀ ਵੋਟ ਕੈਂਸਲ ਕਰ ਦਿਓ ਅਗਰ ਉਹ ਕੈਂਸਲ ਕਰਦੇ ਤੇ ਇੰਨਾ ਕੋਈ ਹੈ ਹੀ ਨਹੀਂ ਸੀਗਾ ਰੋਕਣ ਵਾਲੇ ਤੇ ਰੋਕਣਗੇ ਹੀ मगर वो करते करते एटलीस्ट इन्ना हो गया बाद चो बाट साहब आए वो भी जबरदस्ती ज़्यादा अंदर आ गए तो इन्होंने सारे ने रौला पाई जी इलीगल प्रधान है इलीगल प्रधान मगर जब सारे असी जोर पाया कि भी नहीं बाबा जी सुखासन करो तो हद जाके कुछ प्रबंधक तो कहते थे कि भी नहीं भाई जब तक मैं बैठा तब तक सुखासन नहीं होना ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਜੀ ਪੁਲਿਸ ਨੂੰ ਬੁਲਾਉਣ ਔਰ ਪੁਲਿਸ ਅੰਦਰ ਆਏ ਗੁਰੂ ਸਾਹਿਬ ਨੂੰ ਮੱਥਾ ਵੀ ਨਹੀਂ ਟੇਕਿਆ ਉਹਨਾਂ ਨੇ ਸਿੱਧਾ ਆ ਕੇ ਖੜੇ ਹੋ ਗਏ ਅੰਦਰ ਪਹਿਲੇ ਤੇ ਇਹਨਾਂ ਨੇ ਬੁਲਾ ਕੇ ਬੜੀ ਘੋਰ ਬੇਦਬੀ ਕੀਤੀ ਹੈ ਔਰ ਦੂਸਰੀ ਗੱਲ ਅਗਰ ਉਹਨਾਂ ਨੂੰ ਬੁਲਾਇਆ ਵੀ ਸੀ ਤੇ ਉਹਨਾਂ ਨੂੰ ਮਰਿਆਦਾ ਸਿਖਾਉਣੀ ਚਾਹੀਦੀ ਸੀ ਵੀ ਮੱਥਾ ਟੇਕ ਕੇ ਬੈਠੋ ਇੱਥੇ ਪਹਿਲੇ ਤਾਂ ਉਹਨਾਂ ਨਾਲ ਗੱਲ ਕਰੋ ਉਹਨਾਂ ਨੇ ਬੜੀ ਵੱਡੀ ਘੋਰ ਬੇਦਬੀ ਕੀਤੀ ਹੈ ਵਾਹਿਗੁਰੂ ਉਹਨਾਂ ਨੂੰ ਕਦੀ ਮਾਫ ਨਹੀਂ ਕਰੇਗਾ ਤੁਹਾਨੂੰ ਇੱਕ ਬੜੀ ਵੱਡੀ ਗੱਲ ਦੱਸਾਂ ਗੁਰੂ ਸਾਹਿਬ ਨੂੰ ਕੱਲ੍ਹ ਉਹਨਾਂ ਦੀ ਪ੍ਰਧਾਨਗੀ ਨਾ ਮਨਜ਼ੂਰ ਨਹੀਂ ਸੀ ਗੁਰੂ ਸਾਹਿਬ ਨੂੰ 11 ਵਜੇ ਤੱਕ ਉਹਨਾਂ ਨੇ ਰੋਕੀ ਰੱਖਿਆ 11 ਵਜੇ ਤੱਕ ਇਲੈਕਸ਼ਨ ਨਹੀਂ ਹੋਈ ਗੁਰੂ ਮਹਾਰਾਜ ਉਹਨਾਂ ਦੀ ਪ੍ਰਧਾਨਗੀ ਜਿਹੜੀ ਚੋਣ ਸੀ ਉਹਨਾਂ 'ਚ ਬਹਿਣਾ ਹੀ ਨਹੀਂ ਚਾਹੁੰਦੇ ਸੀ ਜਦੋਂ ਗਏ ਨੇ ਇਹਨਾਂ ਨੇ 12 ਵਜੇ ਲੁਕ ਛਿਪ ਕੇ ਬੰਦ ਕਮਰੇ 'ਚ ਇਲੈਕਸ਼ਨ ਕਰਾ ਲਈ ਹੈ ਰਾਤੀ 11:30 ਵਜੇ ਤੱਕ ਅਸੀਂ ਇਹੀ ਸਾਬਿਤ ਕਰਦੇ ਰਹਿ ਗਏ ਕਿ ਤੁਸੀਂ ਗੁਰੂ ਸਾਹਿਬ ਦੇ ਸਾਹਮਣੇ ਗੁਰੂ ਮਰਿਆਦਾ ਦਾ ਉਲੰਘਣ ਕਰ ਰਹੇ ਹੋ 11:45 ਵਜੇ ਮੇਰੀ ਧਾਮੀ ਸਾਹਿਬ ਨੂੰ ਮੈਂ ਕਿਹਾ ਤੁਸੀਂ ਸਾਡੇ ਸਿਰ ਦੇ ਤਾਜ ਹੋ ਸਰਮੋਰ ਸੰਸਥਾ ਸਾਡੀ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਦੇ ਤੁਸੀਂ ਪ੍ਰਧਾਨ ਹੋ ਮੈਂ ਕਿਹਾ ਤੁਹਾਨੂੰ ਐਡਾ ਤੁਸੀਂ ਇੱਕ ਵਾਰੀ ਕਹੋ ਨਾ ਸੁਖਾਸਨ ਕਰੋ ਸਰ ਸਾਡੇ ਸਿੱਖਾਂ ਦੇ ਕੋਲ ਹੈ ਕੀ ਇੱਕ ਤੇ ਸਾਡੀ ਕ੍ਰੈਡੀਬਿਲਿਟੀ ਦੂਜੀ ਸਾਡੀ ਮਰਿਆਦਾ मैं खुद सुनया डीसीपी ने अपने अंदर आके उन्होंने कहा कि सर हम वी विल नॉट एंटर द प्रीमाइसेस आप हमारे को पहले लिखत में डिमांड करो हमारे से कि हम अंदर आएँ और इन्होंने सारे मैंबर इंक्लूडिंग धाबी साहब ने लिख के कहा कि असी सर तुहानू शर्म नहीं आई जिस गुरु के सामने सुप्रीम कोर्ट की पावर नहीं हैगी कि वो अलाउ कर दे पुलिस को अंदर आने वास्ते उत्थे एक प्रो टर्म चेयरमैन ही इज जस्ट देयर कि एक प्रधान की चोन करा सकता प्रधान साहब ने कहा मंगलवार कर लो बुधवार कर लो कोई एक दिन चून कर लो नहीं ਇਲੈਕਸ਼ਨ ਹੋਏਗੀ ਤੇ ਅੱਜ ਹੀ ਹੋਏਗੀ ਜਿਹੜੇ ਡਾਇਰੈਕਟਰ ਸਾਹਿਬ ਸਵੇਰੇ ਕੁਝ ਹੋਰ ਕਹਿ ਰਹੇ ਸੀ ਉਹਨਾਂ ਨੂੰ ਬਾਰ-ਬਾਰ ਕੋਈ ਫੋਨ ਆਉਂਦਾ ਸੀ ਜਿੱਥੇ ਮੈਨੂੰ ਮਤਲਬ ਅਨਆਫੀਸ਼ੀਅਲੀ ਇੱਕ ਸੂਤਰਾਂ ਤੋਂ ਜਿਹੜਾ ਸਾਨੂੰ ਪਤਾ ਲੱਗਿਆ ਕਿਸੇ ਨੇ ਇਹ ਦੱਸਿਆ ਕਿ ਡਾਇਰੈਕਟ ਐਲਜੀ ਸਾਹਿਬ ਦੀ ਇਨਵੋਲਵਮੈਂਟ ਹੋ ਕੇ ਉਹਨਾਂ ਨੂੰ ਫੋਨ ਆ ਰਹੇ ਸੀ ਅਗਰ ਇਹ ਚੀਜ਼ ਹੋ ਰਹੀ ਸੀ ਮੈਂ ਸਮਝਦਾ ਲਾਨਤ ਹੈ ਕੋਈ ਪਿੱਛੋਂ ਬੈਠ ਕੇ ਪੂਰੀ ਇੱਕ ਮੂਵਮੈਂਟ ਆਪਰੇਟ ਹੋ ਰਹੀ ਸੀ ਬਈ ਤੁਸੀਂ ਕਹਿੰਦੇ ਮੈਂਬਰ ਤੁਹਾਡੇ ਕੋਲ ਜ਼ਿਆਦਾ ਨੇ ਤਾਂ ਇਲੈਕਸ਼ਨ ਕਰਾ ਲੈਂਦੇ ਇੱਕ ਮੈਂਬਰ ਦਾ ਹੋਲਡ ਕਰ ਲੈਂਦੇ ਤੁਹਾਨੂੰ ਕਿਤੇ ਨਾ ਕਿਤੇ ਡਾਈਸੀ ਸੀ ਨਾ ਦੈਟ ਮੀਨਸ ਔਰ ਦੂਜੀ ਸਭ ਤੋਂ ਵੱਡੀ ਗੱਲ ਹੈ ਪ੍ਰਬੰਧ ਤੁਹਾਡੇ ਕੋਲ ਸੀਗਾ ਉਹਨਾਂ ਨੂੰ ਇਲੈਕਸ਼ਨ ਤੋਂ ਡਰ ਨਹੀਂ ਸੀਗਾ ਉਹਨਾਂ ਨੂੰ ਡਰ ਸੀ ਅਗਰ ਪਰਮਜੀਤ ਸਿੰਘ ਸਰਨਾ ਆ ਕੇ ਉਸ ਸੀਟ ਤੇ ਬਹਿ ਗਿਆ ਤੇ ਇੱਕ ਇੱਕ ਦੇ ਪੱਤਰੇ ਖੋਲ ਦੇਗਾ ਕਿਉਂਕਿ ਪਰਮਜੀਤ ਸਿੰਘ ਸਰਨਾ ਦਾ ਇਤਿਹਾਸ ਰਿਹਾ ਅੱਜ 10 ਸਾਲ ਹੋਣ ਨੂੰ 9.5 ਸਾਲ ਹੋਣ ਨੂੰ ਆ ਗਏ ਨੇ ਸਾਰਾ ਪ੍ਰਬੰਧ ਇਹਨਾਂ ਦੇ ਕੋਲ ਹੈ 54 ਦੀ ਰਵਾਦਾਰੀ ਸਾਬਿਤ ਨਹੀਂ ਕਰ ਪਾਏ ਇਹਨਾਂ ਨੂੰ ਡਰ ਹੀ ਇਹੀ ਸੀ ਕਿ ਕਿਤੇ ਸਰਨਾ ਸਾਹਿਬ ਆ ਗਏ ਤਾਂ ਕਿਤੇ ਸਾਰਿਆਂ ਨੂੰ ਸਾਨੂੰ ਅੱਜ ਜੇਲ੍ਹ ਦੀ ਰਸਤਾ ਨਾ ਦਿਖਾ ਦੇ ਬੇਦਬੀ ਹੋ ਜਾਂਦੀ ਬਹੁਤ ਜ਼ਿਆਦਾ ਇਹ ਬੇਦਬੀ ਇਹ ਵੀ ਸੀ ਗੁਰੂ ਸਾਹਿਬ ਦੇ ਪਿੱਛੇ ਪਿੱਠ ਰੱਖ ਕੇ ਤੇ ਲੜਾਈਆਂ ਕਰੀ ਜਾ ਰਹੇ ਨੇ ਅਸੀਂ ਉਹਨੂੰ ਰਿਕੁਐਸਟ ਕੀਤੀ ਬਾਰ-ਬਾਰ ਜਿਹੜਾ ਪ੍ਰੋ ਟਰਮ ਚੇਅਰਮੈਨ ਬਣਿਆ ਸੀ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਨੂੰ ਕਿਹਾ ਤੁਸੀਂ ਕੋਈ ਚੇਅਰਮੈਨ ਹੀ ਬਣੇ ਹੋ
ਕੋਈ ਰੱਬ ਤੇ ਨਹੀਂ ਬਣ ਗਿਆ। ਬੜੀ ਅਫਸੋਸ ਦੀ ਗੱਲ ਹੈ, ਇਹਨਾਂ ਦੇ ਹੀ ਬੰਦਿਆਂ ਨੇ, ਇਹਨਾਂ ਦੇ ਮੈਂਬਰਾਂ ਨੇ ਖੁਦ ਪੁਲਿਸ ਨੂੰ ਚਿੱਠੀ ਪਾ ਕੇ ਕਿ ਆ ਜਾਓ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ। ਔਰ ਜਦੋਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ, ਜਦੋਂ ਪੁਲਿਸ ਵਾਲੇ ਆ ਰਹੇ ਹਨ ਉਹ ਸਾਨੂੰ ਤੇ ਹੱਥ ਜੋੜ ਰਹੇ ਹਨ, ਮਗਰ ਸਾਡੇ ਗੁਰੂ ਸਾਹਿਬ ਦਾ ਉਹਨਾਂ ਨੇ ਸਿਰ ਤੇ ਆਪਣੇ ਪਟਕੇ ਤੇ ਬੰਦੇ ਹੋਏ ਸੀ, ਮਗਰ ਕੋਈ ਮੱਥਾ ਟੇਕ ਕੇ ਨਹੀਂ ਉਧਰ ਆਇਆ ਸਾਡੇ ਕੋਲ ਵੀ। ਸਾਨੂੰ ਕਹਿੰਦੇ ਬਸ ਉੱਠ ਜਾਓ आप इधर से उठ जाओ, हमको ये प्रोसेस शुरू कराना है। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਕੱਲ ਸਿੱਖ ਸਿਆਸਤ ਦਾ ਇੱਕ ਕਾਲਾ ਦਿਨ ਵੀ ਕਹਿ ਸਕਦੇ ਹੋ, ਸੁਨਹਿਰਾ ਦਿਨ ਵੀ ਕਹਿ ਸਕਦੇ ਹੋ। ਹਰ ਬੰਦਾ ਆਪਣੇ ਤਰੀਕੇ ਨਾਲ ਉਸ ਦਿਨ ਨੂੰ ਲਏਗਾ। ਸਾਡੇ ਨਾਲ ਮੌਜੂਦ ਹੈਗੇ ਨੇ ਲੋਟਰੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਸੇਵਾ ਕਰਨ ਵਾਸਤੇ, ਗੁਰਦੁਆਰੇ ਦੀ ਸੇਵਾ ਕਰਨ ਵਾਸਤੇ ਗੁਰੂ ਮਹਾਰਾਜ ਨੇ ਚੁਣਿਆ ਸ਼ਾਇਦ ਆਪਣੇ ਆਪ ਕਿ ਇਹਨਾਂ 200 ਲੋਕਾਂ ਦੇ ਨਾਵਾਂ ਦੇ ਵਿਚਕਾਰ ਆਪ ਦੋਨਾਂ ਜੀ ਦਾ ਨਾਂ ਆਇਆ ਸੀ, ਲੋਟਰੀ ਤੋਂ ਨਿਕਲ ਕੇ ਆਏ ਸੀ। ਸਰਦਾਰ ਜੀ, ਮੈਂ ਆਪ ਜੀ ਤੋਂ ਪੁੱਛਣਾ ਚਾਹੂੰਗਾ, ਆਪ ਸੀਨੀਅਰ ਹੈਗੇ ਹੋ, ਕੱਲ ਜੋ ਹੋਇਆ ਉਹ ਸੇਵਾ ਦੇ ਜੰਗ ਸੀ ਜਾਂ ਸਿਆਸਤ ਦੀ ਜੰਗ ਸੀ? ਮੈਂ ਇਸ ਦੇ ਬਾਰੇ ਕੋਈ ਜ਼ਿਆਦਾ ਪੂਰੇ ਕਮੈਂਟ ਨਾ ਦੇ ਕੇ ਸਿਰਫ ਇੱਕ ਗੱਲ ਕਹਾਂਗਾ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਨ੍ਹਾਂ ਨੂੰ ਚੁਣਿਆ ਗਿਆ ਕਿ ਵੀ ਤੁਸੀਂ ਵੋਟਾਂ ਪਾਓ, ਉਹਨਾਂ ਨੇ ਸਾਰੀਆਂ ਕੰਡੀਸ਼ਨਾਂ ਦੱਸੀਆਂ। ਉਸ ਤੋਂ ਪਹਿਲੇ ਡਾਇਰੈਕਟਰ ਸਾਹਿਬ ਵੀ ਬੋਲ ਕੇ ਗਏ ਵੀ ਇਸ ਤਰ੍ਹਾਂ ਪਰਚੀਆਂ ਤੇ ਨਹੀਂ ਕੋਈ ਲਿਖਿਆ ਜਾਏਗਾ, ਨਾ ਕੋਈ ਪਰਚੀ ਬਾਹਰ ਆ ਕੇ ਕਿਸੇ ਨੂੰ ਦਿਖਾਏਗਾ, ਨਾ ਕੋਈ ਇਸ਼ਾਰਾ ਕਰੇਗਾ। ਉਹਨਾਂ ਅਸੂਲਾਂ ਦੇ ਉੱਤੇ ਹੀ ਚੱਲਣਾ ਚਾਹੀਦਾ ਸੀਗਾ। ਪਹਿਲੀ ਵੋਟ ਕਾਸਟ ਹੋਈ, ਦੂਸਰੀ ਵੇਲੇ ਉਸ ਬੰਦੇ ਨੇ ਜਿਸ ਨੇ ਵੋਟ ਪਾਈ ਨਹੀਂ ਹਾਲੇ, ਉਹ ਆਪਣਾ ਲਿਖ ਲੁੱਕ ਕੇ ਲਿਆ ਕੇ ਸਾਰਿਆਂ ਦੇ 'ਚ ਉਹਨਾਂ ਨੇ ਜਿਹੜੇ ਸਟੇਜ 'ਤੇ ਹੈਗੇ ਸੀਗੇ ਜੋ ਵੀ ਕਹਿ ਲਓ ਹੈ, ਉਹਨਾਂ ਨੂੰ ਉਹਨੇ ਸਰੇਆਮ ਇਸ ਤਰ੍ਹਾਂ ਸਾਰਿਆਂ ਨੂੰ ਦਿਖਾ ਦਿੱਤੀ। ਉਹ ਤਾਂ ਫਿਰ ਪਤਾ ਹੈ ਤੁਹਾਨੂੰ ਦਿਸ ਇਜ਼ ਰੋਂਗ। ਜਦੋਂ ਖੁਦ ਹੀ ਪਹਿਲੇ ਸਾਰੇ ਅਨਾਊਂਸ ਕਰ ਰਹੇ ਨੇ ਕੋਈ ਉਹਦੇ ਉੱਤੇ ਪੈਨ ਨਾਲ ਲਿਖੇਗਾ ਨਹੀਂ, ਪੈਨ ਵੀ ਦੂਸਰਾ ਨਹੀਂ ਲਗਾਏਗਾ, ਇੱਕੋ ਪੈਨ ਹੋਏਗਾ ਸਾਡਾ, ਔਰ ਕੋਈ ਉਸ ਤੋਂ ਬਾਹਰ ਦੱਸੇਗਾ ਨਹੀਂ, ਸਿਰਫ ਚੁੱਪ ਕਰਕੇ ਆਪਣਾ ਖਾਲੀ ਨਾਂ ਲਿਖੇਗਾ, ਉਹਦੇ 'ਤੇ ਆਪਣਾ ਨਾਮ ਹੀ ਨਹੀਂ ਲਿਖੇਗਾ, ਜਿਹਨੂੰ ਸਪੋਰਟ ਕਰਨੀ ਉਹਦਾ ਨਾਂ ਲਿਖੇਗਾ, ਕੋਈ ਪੁਆਇੰਟ ਵੀ ਨਹੀਂ ਪਾਏਗਾ, ਕੋਈ ਪੈਨ ਨਾਲ ਨਿਸ਼ਾਨ ਵੀ ਨਹੀਂ ਦੇਗਾ। ਅਤੇ ਇਹਦਾ ਮਤਲਬ ਤਾਂ ਹੈ ਕਿ ਬਿਲਕੁਲ ਦਿਸ ਇਜ਼ ਅ ਵੈਰੀ ਸੀਕ੍ਰੇਟ ਵੋਟ ਪੈ ਰਹੀ ਹੈ। ਫਿਰ ਉਸ ਦੇ ਬਾਅਦ ਕੀ ਮਤਲਬ ਹੈਗਾ ਕਿ ਬਾਹਰ ਆ ਕੇ ਦਿਖਾਣਾ। ਉਹਨੇ ਦਿਖਾਇਆ, ਉਹਨੇ ਪੁੱਛਿਆ, ਉਹ ਕਹਿਣ ਲੱਗੇ ਜੀ ਜਿਸ ਵੇਲੇ ਸਾਰਿਆਂ ਨੇ ਮਨਾ ਕੀਤਾ ਬਈ ਦਿਸ ਇਜ਼ ਅ ਰੋਂਗ ਥਿੰਗ, ਇਹ ਵੋਟ ਕੈਂਸਲ ਕਰੋ, ਤੁਸੀਂ ਇਹਨੂੰ ਖ਼ਤਮ ਕਰੋ, ਅਤੇ ਉਹ ਜਨਾਬ ਕਹਿਣ ਲੱਗੇ ਜੀ ਮੈਨੂੰ ਪੂਰੇ ਰਾਈਟ ਹੈਗੇ ਨੇ, ਸਲਾਹ ਕੋਈ ਵੀ ਲੈ ਸਕਦਾ, ਮੈਂ ਸਲਾਹ ਦੇ ਸਕਦਾ ਵਾਂ। ਇਸ ਤਰ੍ਹਾਂ ਸਾਰੇ ਮੈਂਬਰ ਹੀ ਉੱਠ ਕੇ ਸਲਾਹ ਲੈ ਲੈਣਗੇ, ਕਹਿਣਗੇ ਜੀ ਕਿਹਨੂੰ ਵੋਟ ਪਾਈਏ, ਤੁਸੀਂ ਕਹਿੰਦੇ ਰਹੋ ਇਹਨੂੰ ਪਾ ਦਿਓ, ਇਹਨੂੰ ਪਾ ਦਿਓ, ਚਾਹੇ ਉਹ ਮੇਰਾ ਨਾਂ ਲੈ ਕੇ ਕਹਿ ਦੇਣ ਕਿ ਭਾਈ ਦਾਰਾ ਜੀ ਨੂੰ ਪਾ ਦਿਓ ਵੋਟਾਂ। ਦਿਸ ਇਜ਼ ਨਾਟ ਦਾ ਵੇ। ਮੈਂ ਨਵਾਂ ਹੈਗਾ ਵਾਂ ਬਿਲਕੁਲ ਇਸ ਕਮੇਟੀ ਦੇ 'ਚ ਆਇਆ, ਮੈਨੂੰ ਜ਼ਿਆਦਾ ਕੁਛ ਨਹੀਂ ਪਤਾ। ਜੋ ਮੈਂ ਅੱਖੀਂ ਦੇਖਿਆ, ਜੋ ਮੈਨੂੰ ਐਕਸਪੀਰੀਅੰਸ ਹੈਗਾ ਹੋਰ ਚੋਣਾਂ ਦੇ ਹਿਸਾਬ ਦੇ ਨਾਲ, ਮੈਂ ਉਸ ਹਿਸਾਬ ਨਾਲ ਸਾਰੀ ਜਿਹੜੀ ਪ੍ਰਤੱਖ ਹੈਗੀ ਹੈ। ਬੇਸ਼ੱਕ ਇਹ ਅਗਰ ਨਹੀਂ ਮੰਨਦੇ ਤੇ ਜਿਹੜੀ ਗਵਰਨਮੈਂਟ ਜਿਨ੍ਹਾਂ ਦੇ ਉੱਥੇ ਪ੍ਰੈਸ ਰਿਪੋਰਟਰ ਹੈਗੇ ਸੀਗੇ ਉਹਨਾਂ ਨੂੰ ਬੁਲਾ ਕੇ ਉਹ ਆਪਣਾ ਰਿਵਿਊ ਸਾਰਾ ਦੇਖ ਲੈਣ, ਉਹ ਦੇਖਣਗੇ, ਸਾਰਿਆਂ ਨੂੰ ਪ੍ਰਤੱਖ ਪਤਾ ਲੱਗ ਜਾਏਗਾ ਵੀ ਕੀ ਹਕੀਕਤ ਕੀ ਹੋਈ ਹੈ। ਉਸ ਤੋਂ ਬਾਅਦ ਤੇ ਸਾਰਿਆਂ ਦਾ ਰਾਈਟ ਬੰਦਾ ਸੀਗਾ ਉਹਨੂੰ ਰੋਕਣਾ। ਉਹ ਜ਼ਬਰਦਸਤੀ ਵੋਟਾਂ ਪਾਉਣਾ ਚਾਹ ਰਹੇ ਸੀਗੇ, ਦੂਸਰੀਆਂ ਪਾਰਟੀਆਂ ਨੇ ਰੋਕਿਆ ਸਾਰਿਆਂ ਨੇ ਵੀ ਇਹ ਵੋਟਾਂ ਨਾ ਹਾਲੇ ਪਾਓ, ਪਹਿਲੇ ਇਹ ਕੈਂਸਲ ਕਰੋ। ਉਹ ਰੱਦ ਨਾ ਕਰਨ ਦੇ ਬਾਵਜੂਦ ਬਹੁਤ ਕੁਝ ਹੋਇਆ, ਪੁਲਿਸ ਵੀ ਅੰਦਰ ਆ ਗਈ, ਸਭ ਕੁਝ ਹੋਇਆ ਵਿਚ ਇਜ਼ ਅਗੇਂਸਟ ਆਵਰ ਗੁਰੂ ਮਰਿਆਦਾ। ਇਹ ਨਹੀਂ ਹੋਣਾ ਚਾਹੀਦਾ ਸੀਗਾ। ਆਪ ਜੀ ਤੋਂ ਪੁੱਛਣਾ ਚਾਹਾਂਗਾ, ਕੱਲ ਜਿਹੜਾ ਕੰਮ ਹੋਇਆ ਉਹ ਗੁਰੂ ਦੀ ਸੇਵਾ ਵਾਸਤੇ ਹੋਇਆ ਜਾਂ ਗੁਲਕ ਦੇ ਮੇਵਾ ਵਾਸਤੇ ਹੋਇਆ? ਦੇਖੋ ਉੱਥੇ ਜਿਹੜਾ ਕੱਲ ਕੰਮ ਹੋਇਆ, ਜਿਹੜੇ ਇਹਨਾਂ ਨੇ ਆਪੇ ਹੀ ਜਿਹੜੇ ਇਹਨਾਂ ਨੇ ਆਪਣਾ ਪ੍ਰੋ ਟੈਂਪੋ ਚੁਣਿਆ ਗੁਰਦੇਵ ਸਿੰਘ ਜੀ, ਇਹਨਾਂ ਨੇ ਆਪੇ ਹੀ ਡਾਇਰੈਕਟਰ ਜੀ ਦੇ ਨਾਲ ਮਿਲ ਕੇ ਆਪਣੇ ਪੁਆਇੰਟਸ ਬਣਾਏ ਕਿ ਵੀ ਤੁਸੀਂ ਅਗਰ ਕਿਸੇ ਦਾ ਪਰਚੀ ਦੇ ਉੱਤੇ ਪੁਆਇੰਟ ਲਿਖਿਆ ਜਾਂ ਕਿਸੇ ਦੀ ਕੋਈ ਨਿਸ਼ਾਨੀ ਜਾਂ ਕੋਈ ਕਿਸੇ ਨੂੰ ਆ ਕੇ ਬਾਹਰ ਦਿਖਾਏਗਾ ਜਾਂ ਈਵਨ ਕਿਸੇ ਨਾਲ ਤੁਸੀਂ ਵੋਟ ਪਾ ਕੇ ਕਿਸੇ ਨੇ ਸ਼ੇਅਰ ਵੀ ਕਰੋਗੇ ਤਾਂ ਵੀ ਤੁਹਾਡੀ ਵੋਟ ਉਹ ਰਿਜੈਕਟ ਕੀਤੀ ਜਾਏਗੀ। ਔਰ ਫਸਟ ਪਹਿਲੋਂ ਆਪਣੇ ਵਿਰਕ ਸਾਹਿਬ ਜੀ ਨੇ ਪਾਈ, ਉਹ ਆਪਣੇ ਪਾ ਕੇ ਆਇਆ। ਸੈਕਿੰਡ ਰਣਜੀਤ ਸਿੰਘ ਕਾਲਰਾ ਜੀ ਸੀ, ਉਹਨਾਂ ਨੇ ਪਾਈ, ਉਹਨਾਂ ਨੇ ਪਹਿਲੋਂ ਦਿਖਾਇਆ, ਫਿਰ ਪਿੱਛੇ ਜਾ ਕੇ ਨਾਮ ਲੈ ਕੇ ਆਇਆ, ਫਿਰ ਉਹਨਾਂ ਪੂਰਾ ਹੱਥ ਉੱਪਰ ਦਿਖਾ ਕੇ ਸਭ ਨੂੰ ਇੱਕ ਵਾਰੀ ਘੁਮਾਤਾ। ਦਿਸ ਇਜ਼ ਦਾ ਮਤਲਬ ਕਿ ਦਿਸ ਇਜ਼ ਰਿਜੈਕਟਿਡ ਵੋਟ ਹੋਣੀ ਚਾਹੀਦੀ ਸੀ। ਔਰ ਉਹਨਾਂ ਨੇ ਜਦ ਤੱਕ ਬੰਦੇ ਉੱਥੇ ਉਹਨਾਂ ਨੇ ਡੱਬੇ ਵਿੱਚ ਪਾ ਵੀ ਦਿੱਤੀ ਔਰ ਸਾਰਿਆਂ ਨੇ ਉਸੇ ਤੋਂ ਆਬਜੈਕਸ਼ਨ ਚੱਕਿਆ। ਤਾਂ ਉਸ ਤੋਂ ਬਾਅਦ ਉਹ ਕਹਿੰਦੇ ਨਹੀਂ ਜੀ ਇਹ ਲੀਗਲ ਹੈ, ਉਸੇ ਤੋਂ ਪੁਆਇੰਟ ਸ਼ੁਰੂ ਹੋਇਆ। ਔਰ ਜਦ ਗੁਰਦੇਵ ਜੀ ਨੂੰ ਕਿਹਾ ਗਿਆ ਤਾਂ ਬਾਅਦ 'ਚੋਂ ਜਦ ਉਹਨਾਂ ਨੇ ਆਪਣੇ ਜਿਹੜੇ ਪੁਆਇੰਟਸ ਬਣਾਏ ਸੀਗੇ ਉਸੇ ਨੂੰ ਜਦ ਅਸੀਂ ਫੋਲੋ ਕਰਦੇ ਹਾਂ ਤਾਂ ਸਾਨੂੰ ਐਕਟ ਦੀ ਕਾਪੀ ਦਿਖਾਉਂਦੇ ਜੀ ਐਕਟ ਹੈਲਪ ਲੈ ਸਕਦਾ। ਮੇਰੀ ਗੱਲ ਮੈਂ ਹੋਰ ਦਾਰਾ ਜੀ ਆਪ ਜੀ ਨੂੰ ਪੁੱਛਣਾ ਚਾਹਾਂਗਾ, ਐਕਟ ਦੀ ਗੱਲ ਬਾਅਦ 'ਚ ਕਰਾਂਗਾ, ਮੈਂ ਐਕਟ 'ਚ ਮੈਨੇਜਮੈਂਟ ਜਾਣਾ ਚਾਹੁੰਦਾ ਸਿੱਖ। ਮੈਨੂੰ ਸਿਰਫ ਇਹ ਦੱਸੋ ਕੱਲ ਗੁਰੂ ਸਾਹਿਬ ਦੀ ਬੇਦਬੀ ਹੋਈ ਉੱਧਰ ਕਿ ਨਹੀਂ ਹੋਈ? ਦੇਖੋ ਜੀ ਸਿੱਖ ਮਰਿਆਦਾ ਦੇ ਹਿਸਾਬ ਨਾਲ ਤੇ ਇਹ ਮਾੜਾ ਕੰਮ ਹੋਇਆ ਹੈ। ਨਹੀਂ ਮਾੜਾ ਕੰਮ ਹੋਇਆ ਜਾਂ ਬੇਦਬੀ ਹੋਈ ਹੈ? ਬੇਦਬੀ ਹੈ ਗੁਰੂ ਸਾਹਿਬ ਦੀ,
ਉਸ ਦੇ ਅੰਦਰ ਪੁਲਿਸ ਦਾ ਪੀਸੀ ਦੇ ਪ੍ਰਧਾਨ ਦੇ ਸਾਹਮਣੇ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਕੱਤਰਾਂ ਸਾਹਮਣੇ, ਮੈਂਬਰਾਂ ਸਾਹਮਣੇ ਸਾਰੇ ਮੋਹਤਬਾਰ ਲੋਕ ਉੱਥੇ ਹੈਗੇ ਸੀਗੇ। ਸਿਰਫ ਇੱਕੋ ਹੀ ਸੀਗਾ ਬਈ ਇਹ ਵਾਲੀ ਵੋਟ ਕੈਂਸਲ ਕਰ ਦਿਓ। ਅਗਰ ਉਹ ਕੈਂਸਲ ਕਰਦੇ ਤੇ ਇੰਨਾ ਕੋਈ ਹੈ ਹੀ ਨਹੀਂ ਸੀਗਾ, ਰੋਕਣ ਵਾਲੇ ਤੇ ਰੋਕਣਗੇ ਹੀ ਸਾਰੇ। ਮੈਂ ਆਪ ਜੀ ਨੂੰ ਪੁੱਛਣਾ ਚਾਹਾਂਗਾ, ਕੱਲ ਜਿਹੜੇ ਇਲੈਕਸ਼ਨ ਹੋਏ ਨੇ, ਉਹ ਇਸ ਇਲੈਕਸ਼ਨ ਦੌਰਾਨ ਗੁਰੂ ਸਾਹਿਬ ਦੀ ਸੇਵਾ ਕੀਤੀ ਗਈ ਹੈ ਜਾਂ ਬੇਅਦਬੀ ਕੀਤੀ ਗਈ ਹੈ? ਦੇਖੋ ਇਹ 'ਚ ਸਾਰੇ ਸ਼ਖਸੀਅਤ, ਸਾਰੇ ਧਾਮੀ ਸਾਹਿਬ ਵੀ ਬੈਠੇ ਸੀ। ਅਸੀਂ ਸਾਰਿਆਂ ਨੇ ਵੀ, ਸੰਗਤ ਨੇ 8:30 ਵਜੇ ਤੋਂ ਬਾਅਦ ਸਾਰਿਆਂ ਨੇ ਇਹਨਾਂ ਨੂੰ ਅਪੀਲ ਵੀ ਕੀਤੀ ਕਿ ਵੀ ਤੁਸੀਂ 7:30 8 ਹੋ ਗਿਆ, ਪੌਣੇ 9 ਹੋ ਗਿਆ, ਤੁਸੀਂ ਬਾਬਾ ਜੀ ਦਾ ਸੁਖਾਸਨ ਕਰਾਓ ਤੇ ਤੁਸੀਂ ਜਿਹੜਾ ਕਿ ਕਾਰਵਾਈ ਕਰਨੀ ਕਰਦੇ ਰਹੋ। ਮਗਰ ਉਹ ਕਰਦੇ ਕਰਦੇ ਐਟਲੀਸਟ ਇੰਨਾ ਹੋ ਗਿਆ, ਬਾਅਦ 'ਚ ਬਾਠ ਸਾਹਿਬ ਆਏ, ਉਹ ਵੀ ਜ਼ਬਰਦਸਤੀ ਜ਼ਿਆਦਾ ਅੰਦਰ ਆ ਗਏ ਤੇ ਇਹਨਾਂ ਨੇ ਸਾਰਿਆਂ ਨੇ ਰੌਲਾ ਪਾਈ ਜੀ ਇਲੀਗਲ ਪ੍ਰਧਾਨ ਹੈ, ਇਲੀਗਲ ਪ੍ਰਧਾਨ। ਮਗਰ ਜਦ ਸਾਰਿਆਂ ਨੇ ਅਸੀਂ ਜ਼ੋਰ ਪਾਇਆ ਕਿ ਵੀ ਨਹੀਂ ਬਾਬਾ ਜੀ ਸੁਖਾਸਨ ਕਰੋ, ਤਾਂ ਹੱਦ ਜਾ ਕੇ ਕੁਝ ਪ੍ਰਬੰਧਕ ਤਾਂ ਕਹਿੰਦੇ ਸੀਗੇ ਕਿ ਵੀ ਨਹੀਂ ਬਈ ਜਦ ਤੱਕ ਮੈਂ ਬੈਠਾ ਤਦ ਤੱਕ ਸੁਖਾਸਨ ਨਹੀਂ ਹੋਣਾ। ਮਗਰ ਹੁਣ ਉਹੀ ਫਿਰ ਬਾਅਦ 'ਚੋਂ ਕਹਿਣਗੇ ਵੀ ਨਹੀਂ ਅਸੀਂ ਠੀਕ ਕੀਤਾ, ਤੇ ਉਸ ਤੋਂ ਬਾਅਦ ਹੀ ਸੁਖਾਸਨ ਹੈ। ਇਹ ਜਲਦੀ ਅਸੀਂ ਪਹਿਲਾਂ ਕਹਿ ਰਹੇ ਸੀ ਕਿ 8:30 ਪੌਣੇ 9 ਵਜੇ ਤੱਕ ਕਰ ਲਓ, ਤਾਂ ਵੀ ਨਹੀਂ ਕੀਤਾ। ਉਹ ਕਹਿੰਦੇ ਜੀ ਕੋਈ ਰੈਂਸ ਬਾਈ ਦਾ ਪ੍ਰੋਗਰਾਮ ਵੀ ਤਾਂ ਮੌਜੂਦ ਹੈਗੇ ਨੇ ਗੋਪਾ ਜੀ, ਤਜਿੰਦਰ ਸਿੰਘ ਗੋਪਾ ਜੀ। ਆਪ ਜੀ ਦੱਸੋ ਮੈਨੂੰ ਸਿੰਪਲ ਜੀ ਗੱਲ, ਮੈਂ ਨਹੀਂ ਪੁੱਛਣਾ ਕੱਲ ਕੀ ਹੋਇਆ ਸੀ, ਕੀ ਨਹੀਂ ਹੋਇਆ ਸੀ, ਮੈਨੂੰ ਸਿਰਫ ਇੱਕ ਲਾਈਨ 'ਚ ਗੱਲ ਦੱਸੋ, ਕੱਲ ਉੱਧਰ ਗੁਰੂ ਸਾਹਿਬ ਦੀ ਸਿਫਤ ਹੋਈ ਹੈ ਜਾਂ ਬੇਦਬੀ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਾ ਜਿਹੜਾ ਦਿਨ ਹੈਗਾ ਨਾ, ਇਹ ਕਾਲੇ ਦਿਨ ਦੇ ਲਈ ਲਿਖਿਆ ਹੈਗਾ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਜੀ ਪੁਲਿਸ ਨੂੰ ਬੁਲਾਉਣ, ਔਰ ਪੁਲਿਸ ਅੰਦਰ ਆਏ, ਗੁਰੂ ਸਾਹਿਬ ਨੂੰ ਮੱਥਾ ਵੀ ਨਹੀਂ ਟੇਕਿਆ ਉਹਨਾਂ ਨੇ, ਸਿੱਧਾ ਆ ਕੇ ਖੜੇ ਹੋ ਗਏ ਅੰਦਰ। ਔਰ ਮੈਂ ਇਸ ਗੱਲ ਦਾ ਵਿਰੋਧ ਕੀਤਾ ਵੀ ਪੁਲਿਸ ਅੰਦਰ ਆ ਰਹੀ ਹੈ, ਕਿਸ ਦੀ ਪਰਮਿਸ਼ਨ ਨਾਲ ਅੰਦਰ ਆਈ ਹੈ? ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਸੀ। ਇਹਨਾਂ ਨੇ 28 29 ਮੈਂਬਰਾਂ ਨੇ ਲਿਖ ਕੇ ਦੇ ਦਿੱਤਾ। ਮੈਂ ਉਹਨਾਂ ਨਾਲ ਝੜਪ ਵੀ ਕੀਤੀ ਪੁਲਿਸ ਨਾਲ ਕਿ ਤੁਸੀਂ ਕਿੰਨੀ ਪਰਮਿਸ਼ਨ ਨਾਲ ਅੰਦਰ ਆਏ ਹੋ। ਗੁਰੂ ਸਾਹਿਬ ਦੀ ਹਜ਼ੂਰੀ ਸਾਡੀ ਮਰਿਆਦਾ ਹੈ, ਆ ਕੇ ਪਹਿਲੇ ਅੰਦਰ ਮੱਥਾ ਟੇਕਣਾ ਹੈ। ਅਗਰ ਪਹਿਲੇ ਤਾਂ ਇਹਨਾਂ ਨੇ ਬੁਲਾ ਕੇ ਬੜੀ ਘੋਰ ਬੇਅਦਬੀ ਕੀਤੀ ਹੈ। ਔਰ ਦੂਸਰੀ ਗੱਲ, ਅਗਰ ਉਹਨਾਂ ਨੂੰ ਬੁਲਾਇਆ ਵੀ ਸੀ ਤਾਂ ਉਹਨਾਂ ਨੂੰ ਮਰਿਆਦਾ ਸਿਖਾਉਣੀ ਚਾਹੀਦੀ ਸੀ ਵੀ ਮੱਥਾ ਟੇਕ ਕੇ ਬੈਠੋ ਇੱਥੇ ਪਹਿਲੇ, ਤਾਂ ਉਹਨਾਂ ਨਾਲ ਗੱਲ ਕਰੋ। ਉਹਨਾਂ ਨੇ ਬੜੀ ਵੱਡੀ ਘੋਰ ਬੇਅਦਬੀ ਕੀਤੀ ਹੈ, ਵਾਹਿਗੁਰੂ ਉਹਨਾਂ ਨੂੰ ਕਦੀ ਮਾਫ ਨਹੀਂ ਕਰੇਗਾ। ਸਿੰਘ ਸਾਹਿਬ ਖੁਰਾਨਾ ਸਾਹਿਬ, ਆਪ ਜੀ ਨੂੰ ਪੁੱਛਣਾ ਚਾਹਾਂਗਾ, ਪਰਮਜੀਤ ਸਿੰਘ ਖੁਰਾਨਾ ਸਾਹਿਬ ਮੌਜੂਦ ਹੈਗੇ ਨੇ। ਬੜਾ ਮੈਨੂੰ ਲੰਬਾ ਨੇ ਪੁੱਛਣਾ ਕਿਉਂਕਿ ਸਾਰੇ ਮੈਂਬਰ ਆਪਣਾ ਗੱਲ ਦੱਸ ਰਹੇ ਨੇ ਕੱਲ ਕੀ ਹੋਇਆ, ਮਗਰ ਮੈਨੂੰ ਇੱਕ ਲਾਸਟ ਲਾਈਨ ਦੇ ਇੱਕੋ ਗੱਲ ਜਾਣਨੀ ਹੈ, ਕੱਲ ਉਧਰ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਜਾਂ ਨਹੀਂ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਜ਼ਬਰਦਸਤ ਬੇਦਬੀ ਹੋਈ ਹੈ, ਜਿਵੇਂ ਗੋਪਾ ਜੀ ਔਰ ਸਾਰੇ ਹੀ ਕਹਿ ਰਹੇ ਨੇ, ਬਿਲਕੁਲ ਫੈਕਟ ਗੱਲ ਹੈਗੀ ਹੈ। ਸਾਰੀ ਬੇਦਬੀ ਦਾ ਜ਼ਿੰਮੇਵਾਰ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਧਾਮੀ ਹੈਗਾ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਸੁਖਾਸਨ ਕਰ ਦਿਓ। ਮੈਂ ਸ਼ਬਦ ਚੌਕੀ ਜੱਥਾ ਜੋ ਰਕਾਬਗੰਜ ਸਾਹਿਬ ਹੈ ਉਹਦਾ ਮੈਂ ਇੱਕ ਮੈਂਬਰ ਹੈਗਾ ਵਾਂ। ਸਾਨੂੰ ਉੱਥੇ ਰੋਕ ਦਿੱਤਾ ਜਾਂਦਾ 8:30 ਵਜੇ ਸੁਖਾਸਨ ਕਰਨਾ ਹੈ ਜੀ, ਉਸ ਤੋਂ ਬਾਅਦ 9 ਵਜੇ ਤੋਂ ਬਾਅਦ ਤੁਸੀਂ ਸ਼ਬਦ ਚੌਕੀ 9 ਵਜੇ ਤੋਂ ਬਾਅਦ ਨਹੀਂ ਕੱਢ ਸਕਦੇ। ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਜਦ 8:30 ਵਜੇ ਦਾ ਤੁਸੀਂ ਆਰਡਰ ਕੀਤਾ, ਤੁਸੀਂ ਚਿੱਠੀ ਕੱਢ ਦਿੰਦੇ ਹੋ ਤੇ ਅੱਜ ਕਿਉਂ ਨਹੀਂ ਸੁਖਾਸਨ ਕਰ ਰਹੇ ਹੋ? ਟਾਈਮ ਹੀ ਹੈਗਾ ਸੀ ਸੁਖਾਸਨ ਦਾ। ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਮੈਨੂੰ ਇਹ ਗੱਲ ਕਹੀ ਹੈ, ਤੈਨੂੰ ਗੁਰੂ ਦੀ ਮਾਰ ਪਏਗੀ। ਮਤਲਬ ਜੇ ਇਹ ਅਸੀਂ ਕਹਿ ਦਿੱਤਾ ਵੀ ਸੁਖਾਸਨ ਕਰੋ, ਗੁਰੂ ਸਾਹਿਬ ਦੀ ਬੇਦਬੀ ਹੋ ਰਹੀ, ਪੁਲਿਸ ਦੇ 40 ਬੰਦੇ ਉੱਥੇ ਮੌਜੂਦ ਸੀ ਜੀ, ਸਾਰੇ ਤੁਸੀਂ ਵੀਡੀਓ 'ਚ ਵੀ ਦੇਖਿਆ ਹੋਣਾ। 40 ਵਿੱਚੋਂ ਮੈਂ ਤਕਰੀਬਨ 20 ਬੰਦੇ ਸੀ ਜਿਨ੍ਹਾਂ ਦੇਖਿਆ ਸੀ, ਜਿਨ੍ਹਾਂ ਦੇ ਇੱਥੇ 3 ਸਟਾਰ ਲੱਗੇ ਸੀ, ਯਾਨੀ ਕਿ ACP DCP ਰੈਂਕ ਦੇ, ਇੰਸਪੈਕਟਰ ਰੈਂਕ ਦੇ ਬੰਦੇ ਸੀ। ਉਹ ਉੱਥੇ ਬੰਦੇ ਖੜੇ ਨੇ ਜੋ ਉਹਨਾਂ ਨੇ ਕਹਿਣ ਦਾ ਮਤਲਬ ਹੈਗਾ ਕਿ ਬਾਕੀ ਸਾਰੇ ਮੈਂਬਰਾਂ ਨੂੰ ਗੁਰੂ ਤੋਂ ਪਿਆਰਾ ਸੱਤਾ ਹੋ ਗਈ। ਬਿਲਕੁਲ ਠੀਕ ਕਹਿ ਰਹੇ ਹੋ। ਇਸ ਦੇਖੋ ਮੈਂ ਤੁਹਾਨੂੰ ਕਲੀਅਰ ਗੱਲ ਦੱਸ ਦੇਵਾਂ, ਕੱਲ ਇਲੈਕਸ਼ਨ ਨਾਂ ਦੀ ਕੋਈ ਚੀਜ਼ ਨਹੀਂ ਸੀ। ਉਹ ਆਪਣਾ ਪੂਰਾ ਮਨ ਬਣਾ ਕੇ ਆਇਆ ਸੀ ਵੀ ਅਸੀਂ ਕਬਜ਼ਾ ਕਰਨਾ। ਉਹ ਪ੍ਰਾਪਰਟੀਆਂ ਤੇ ਕਬਜ਼ਾ ਕਰਦਾ ਸੀ, ਅੱਜ ਉਹਨੇ DSGMC ਦਾ ਕਬਜ਼ਾ ਕਰ ਲਿਆ ਵੇ। ਹਾਂਜੀ ਗੋਪਾ ਜੀ, ਆਪ ਜੀ ਕੁਝ ਕਹਿਣਾ ਚਾਹ ਰਹੇ ਸੀ? ਮੈਂ ਤੁਹਾਨੂੰ ਇੱਕ ਬੜੀ ਵੱਡੀ ਗੱਲ ਦੱਸਾਂ, ਗੁਰੂ ਸਾਹਿਬ ਨੂੰ ਕੱਲ੍ਹ ਉਹਨਾਂ ਦੀ ਪ੍ਰਧਾਨਗੀ ਨਾ ਮਨਜ਼ੂਰ ਨਹੀਂ ਸੀ। ਗੁਰੂ ਸਾਹਿਬ 11 ਵਜੇ ਤੱਕ ਉਹਨਾਂ ਨੇ ਰੋਕੀ ਰੱਖਿਆ, 11 ਵਜੇ ਤੱਕ ਇਲੈਕਸ਼ਨ ਨਹੀਂ ਹੋਈ। ਗੁਰੂ ਮਹਾਰਾਜ ਉਹਨਾਂ ਦੀ ਪ੍ਰਧਾਨਗੀ ਜਿਹੜੀ ਚੋਣ ਸੀ ਉਹਨਾਂ 'ਚ ਬਹਿਣਾ ਹੀ ਨਹੀਂ ਚਾਹੁੰਦੇ ਸੀ। ਜਦੋਂ ਗਏ ਨੇ ਇਹਨਾਂ ਨੇ 12 ਵਜੇ ਲੁਕ ਛਿਪ ਕੇ ਬੰਦ ਕਮਰੇ 'ਚ ਇਲੈਕਸ਼ਨ ਕਰਾ ਲਈ ਹੈ। ਸਾਡਾ ਤਾਂ ਇਹ ਵਿਸ਼ਵਾਸ ਹੈ ਕਿ ਗੁਰੂ ਸਾਹਿਬ ਉਹਨਾਂ ਦੀ ਪ੍ਰਧਾਨਗੀ 'ਚ ਨਹੀਂ ਹਾਜ਼ਰ ਹੈਗਾ ਸਰ। ਦੇਖੋ ਜੀ, ਲਾਲੀ ਖੰਨਾ ਜੀ ਵੀ ਹੈਗੇ ਨੇ। ਇੱਕ ਹਾਂਜੀ, ਇਹਨਾਂ ਨੇ ਜਿਹੜਾ ਕੱਲ ਕੀਤਾ ਸਾਰਾ ਪ੍ਰੀ ਪਲਾਨ ਕੰਮ ਸੀ ਜੀ। ਗੁਰਦੇਵ ਸਿੰਘ ਨੂੰ ਪ੍ਰੋਟੈਮ ਚੇਅਰਮੈਨ ਬਣਾਇਆ, ਉਹ ਸਾਰਾ ਪ੍ਰੀ ਪਲਾਨ ਸੀ। ਜਦ ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਕਹਿਤਾ ਜੀ ਧਾਮੀ ਜੀ ਨੂੰ ਇੱਕ ਰਿਸਪੈਕਟ ਦੇ ਤੌਰ ਤੇ ਵੀ ਚਲੋ SGPC ਦੇ ਪ੍ਰਧਾਨ ਨੇ, ਉਹਨਾਂ ਨੂੰ ਤੁਸੀਂ ਚੇਅਰਮੈਨ ਬਣਾ ਦਿਓ, ਉਹਨਾਂ ਨੇ ਨਾ ਬਣਾ ਕੇ, ਕਿਉਂਕਿ ਸਾਰਾ ਪ੍ਰੀ ਪਲਾਨ ਸੀ। ਕਿਉਂਕਿ ਗੁਰਦੇਵ ਸਿੰਘ ਉਸ ਨੂੰ ਬਣਾ ਦਿੱਤਾ, ਉਹਨੇ ਜਾ ਕੇ ਬਦਤਮੀਜ਼ੀ ਕਰਕੇ ਜੋ ਉਹਨੇ ਹਾਲ ਕੀਤਾ ਬਾਰ-ਬਾਰ। ਜੀ ਮੈਂ ਐਕਟ ਦੇ ਮੁਤਾਬਿਕ ਕਰਾਵਾਂਗਾ। ਐਕਟ 'ਚ ਕਿੱਥੇ ਲਿਖਿਆ ਵੇ ਬਈ ਤੂੰ ਬੈਲਟ ਦਿਖਾ ਸਕਦਾ? ਤੂੰ ਆਪ ਕਹਿੰਦਾ ਪਿਆ ਵੇਂ। ਉੱਥੇ ਇਹਨਾਂ ਨੇ ਕਲੀਅਰ ਗੱਲ ਕਹੀ ਹੈ ਬਈ ਜਿਹੜਾ ਬੈਲਟ ਹੈ, ਅਗਰ
ਕਿਸੇ ਨੇ ਮਜ਼ਾਕ ਨਾਲ ਵੀ ਕਹਿ ਦਿੱਤਾ ਮੈਂ ਉਸ ਨੂੰ ਵੋਟ ਪਾਈਏ ਜਾਂ ਜਾਣੇ ਅਣਜਾਣੇ ਵਿੱਚ ਕਿਸੇ ਨੇ ਬੈਲਟ ਦਿਖਾ ਦਿੱਤਾ ਜਿਹਦੇ ਤੇ ਵੋਟ ਪੈ ਰਹੀ ਹੈ ਤਾਂ ਵੋਟ ਕੈਂਸਲ ਹੋ ਜਾਏਗੀ। ਜੇ ਕਹਿਣ ਦੇ ਬਾਵਜੂਦ ਵੀ ਫਿਰ ਬਾਰ-ਬਾਰ ਮੈਂ ਨਾਲ ਕਰਾ ਰਿਹਾ, ਹਰ 2 ਘੰਟੇ ਬਾਅਦ ਗੱਲ ਖਤਮ ਹੋ ਜਾਂਦੀ, ਫਿਰ ਪਤਾ ਨਹੀਂ ਕਿੱਥੋਂ ਉਹਨਾਂ ਦੀ ਬੈਟਰੀ ਰੀਚਾਰਜ ਕਰਾ ਲੈਂਦੇ ਸੀ, ਫਿਰ ਉੱਠ ਕੇ ਖੜੇ ਹੋ ਜਾਣਾ, ਫਿਰ ਮਾਈਕ ਲੈ ਕੇ ਖੜੇ ਹੋਣਾ, ਹਾਂਜੀ ਨੌਨ ਮੈਂਬਰ ਬਾਹਰ ਚਲੇ ਜਾਓ, ਸਟਾਫ ਬਾਹਰ ਚਲੇ ਜਾਓ, ਚਲੋ ਜੀ ਵੋਟਿੰਗ ਸ਼ੁਰੂ ਕਰੋ। ਬਾਰ ਇੱਕੋ ਗੱਲ ਕਰਨ ਦਾ ਮਤਲਬ ਹੀ ਇਹੀ ਸੀ ਬਈ ਉਹ ਕਿਸੇ ਤਰੀਕੇ ਸਾਨੂੰ ਲੋਕਾਂ ਨੂੰ ਪੁਲਿਸ ਕੋਲੋਂ ਬਾਹਰ ਕਢਵਾ ਕੇ ਔਰ ਇਲੈਕਸ਼ਨ ਕਰਕੇ ਇਸ ਜਿਹੜੇ DSGMC ਤੇ ਕਬਜ਼ਾ ਕਰਨਾ ਚਾਹੁੰਦੇ ਸੀ, ਸ਼ਾਇਦ ਉਸ ਕਬਜ਼ੇ 'ਚ ਕਾਮਯਾਬ ਹੋ ਗਏ ਨੇ। ਲਾਲੀ ਭਾਜੀ ਤੁਹਾਡੇ ਤੋਂ ਪੁੱਛਣਾ ਚਾਹਾਂਗਾ, ਬੜਾ ਸਿੰਪਲ ਹੈ, ਖੰਨਾ ਸਾਹਿਬ ਇੱਕ ਗੱਲ ਦੱਸੋ, ਕੱਲ ਮੈਂ ਨਹੀਂ ਪੁੱਛਣਾ ਕੱਲ ਕੀ ਹੋਇਆ, ਮੈਨੂੰ ਸਿੰਪਲ ਜੀ ਗੱਲ ਇੱਕ ਬਿੰਗਾ ਸਿੱਖ ਦੱਸੋ, ਗੁਰਦੁਆਰਾ ਕਮੇਟੀ ਦੇ ਮੈਂਬਰ ਦੱਸੋ ਕਿ ਉਧਰ ਸ਼ੋਭਾ ਕੀਤੀ ਗਈ ਗੁਰਦੁਆਰਾ ਸਾਹਿਬ ਦੀ, ਉਹਨਾਂ ਦੀ ਸਿਫਤ ਕੀਤੀ ਗਈ ਜਾਂ ਬੇਦਬੀ ਕੀਤੀ ਗਈ, ਔਰ ਜੇ ਬੇਦਬੀ ਕੀਤੀ ਗਈ ਤਾਂ ਤੁਸੀਂ ਲੋਕਾਂ ਨੇ ਸੌਣ ਕਿਵੇਂ ਦਿੱਤੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਜਿਹੜੀ ਹੈ ਨਾ ਕੱਲ ਇਹੀ ਸਾਬਿਤ ਕਰਨ ਦੇ ਵਿੱਚ ਆਵਾਜ਼ ਮੇਰੀ ਖਰਾਬ ਹੋ ਗਈ। ਕੱਲ 11:30 ਵਜੇ ਤੋਂ ਰਾਤੀ 11:30 ਵਜੇ ਤੱਕ ਅਸੀਂ ਇਹੀ ਸਾਬਿਤ ਕਰਦੇ ਰਹਿ ਗਏ ਕਿ ਤੁਸੀਂ ਗੁਰੂ ਸਾਹਿਬ ਦੇ ਸਾਹਮਣੇ ਗੁਰੂ ਮਰਿਆਦਾ ਦਾ ਉਲੰਘਣ ਕਰ ਰਹੇ ਹੋ। 11:45 ਵਜੇ ਮੇਰੀ ਧਾਮੀ ਸਾਹਿਬ ਨੂੰ ਮੈਂ ਕਿਹਾ ਤੁਸੀਂ ਸਾਡੇ ਸਿਰ ਦੇ ਤਾਜ ਹੋ, ਸਰਮੋਰ ਸੰਸਥਾ ਸਾਡੀ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਦੇ ਤੁਸੀਂ ਪ੍ਰਧਾਨ ਹੋ। ਮੈਂ ਕਿਹਾ ਤੁਹਾਨੂੰ ਐਡਾ ਤੁਸੀਂ ਇੱਕ ਵਾਰੀ ਕਹੋ ਨਾ ਸੁਖਾਸਨ ਕਰੋ। ਸਰ ਸਾਡੇ ਸਿੱਖਾਂ ਦੇ ਕੋਲ ਹੈ ਕੀ? ਇੱਕ ਤੇ ਸਾਡੀ ਕ੍ਰੈਡੀਬਿਲਿਟੀ, ਦੂਜੀ ਸਾਡੀ ਮਰਿਆਦਾ। ਕੱਲ ਦੋਨਾਂ ਦਾ ਉਲੰਘਣ ਕੀਤਾ ਗਿਆ। ਉਲੰਘਣ ਕੀ ਮਤਲਬ? ਇਟ ਵਾਜ਼ ਅ ਬਲੈਕ ਡੇ। ਕੋਈ ਚੀਜ਼ ਨਹੀਂ। ਪੁਲਿਸ, मैं खुद सुनया DCP ने अपने अंदर आके उन्होंने कहा कि सर हम वी विल नॉट एंटर द प्रमाइसेस, आप हमारे को पहले लिखत में डिमांड करो हमारे से कि हम अंदर आएँ। और इन्होंने सारे मैंबर इंक्लूडिंग धाबी साहब ने लिख के कहा कि असी सर तुहानू शर्म नहीं आई, जिस गुरु के सामने सुप्रीम कोर्ट की पावर नहीं हैगी कि वो अलाउ कर दे पुलिस को अंदर आने वास्ते, उत्थे एक प्रो टर्म चेयरमैन ही इज़ जस्ट देयर कि एक प्रधान की चोन करा सकता है। वो अपने आप को एवं समझ रहा कि जिस तरह कोई गवर्नर लग गया सीट का हर गल के उत्ते। बड़ी इंपॉर्टेंट गल दसी मैंने हुणे कि पुलिस ने मना करता सी, डिमांड की गई है। बिल्कुल सर, मैं तो नहीं कहो, मैं तो व्हाट्सअप उन्हें करदा ਉਹਨਾਂ ਦੇ ਕਹਿਣ ਦੇ ਉੱਤੇ ਉਹ ਲੈਟਰ ਦਿਖਾ ਸਕਦਾ ਤੁਹਾਨੂੰ ਮੈਂ, ਜਿਹਦੇ ਦੇ ਉੱਤੇ ਸਾਰੇ ਮੈਂਬਰ ਇੰਕਲੂਡਿੰਗ ਧਾਮੀ ਸਾਹਿਬ ਨੇ ਸਾਈਨ ਕੀਤੇ ਹੋਏ ਨੇ ਉਹਦੇ ਅੰਦਰ ਕਿ ਤੁਸੀਂ ਸਾਨੂੰ ਪੁਲਿਸ ਅੰਦਰ ਲੈ ਕੇ ਆਏ। ਮਤਲਬ ਤੁਸੀਂ ਗੱਲ ਦੇਖੋ, ਇਲੈਕਸ਼ਨ ਦੇ ਵਾਸਤੇ ਤੁਹਾਨੂੰ ਪੁਲਿਸ ਅਸੀਂ ਉੱਥੇ ਤੱਕ ਉਹਨਾਂ ਨੂੰ ਇਹ ਵੀ ਕਿਹਾ ਕਿ ਹੁਣ ਇਟ ਇਜ਼ ਅਰਾਊਂਡ 11 o'clock 10:30 ਹੋ ਗਏ ਨੇ, ਅਸੀਂ ਐਵੇਂ ਕਰਦੇ ਹਾਂ ਇਹਨਾਂ ਨੂੰ 2 ਦਿਨ, ਕਿਉਂਕਿ ਅੱਜ ਹੁਣ ਥੱਕ ਚੁੱਕੇ, ਤੁਸੀਂ ਕੱਲ ਦਾ ਦਿਨ ਛੱਡ ਕੇ ਮੰਗਲਵਾਰ, ਪ੍ਰਧਾਨ ਸਾਹਿਬ ਨੇ ਕਿਹਾ ਮੰਗਲਵਾਰ ਕਰ ਲਓ, ਬੁੱਧਵਾਰ ਕਰ ਲਓ, ਕੋਈ ਇੱਕ ਦਿਨ ਚੂਨ ਕਰ ਲਓ। ਨਹੀਂ, ਇਲੈਕਸ਼ਨ ਹੋਏਗੀ ਤੇ ਅੱਜ ਹੀ ਹੋਏਗੀ। ਜਿਹੜੇ ਡਾਇਰੈਕਟਰ ਸਾਹਿਬ ਸਵੇਰੇ ਕੁਝ ਹੋਰ ਕਹਿ ਰਹੇ ਸੀ, ਉਹਨਾਂ ਨੂੰ ਬਾਰ-ਬਾਰ ਕੋਈ ਫੋਨ ਆਉਂਦਾ ਸੀ, ਜਿੱਥੇ ਮੈਨੂੰ ਮਤਲਬ ਅਨਆਫੀਸ਼ੀਅਲੀ ਇੱਕ ਸੂਤਰਾਂ ਤੋਂ ਜਿਹੜਾ ਸਾਨੂੰ ਪਤਾ ਲੱਗਿਆ, ਕਿਸੇ ਨੇ ਇਹ ਦੱਸਿਆ ਕਿ ਡਾਇਰੈਕਟ LG ਸਾਹਿਬ ਦੀ ਇਨਵੋਲਵਮੈਂਟ ਹੋ ਕੇ ਉਹਨਾਂ ਨੂੰ ਫੋਨ ਆ ਰਹੇ ਸੀ। ਅਗਰ ਇਹ ਚੀਜ਼ ਹੋ ਰਹੀ ਸੀ, ਮੈਂ ਸਮਝਦਾ ਲਾਨਤ ਹੈ, ਕੋਈ ਪਿੱਛੋਂ ਬੈਠ ਕੇ ਪੂਰੀ ਇੱਕ ਮੂਵਮੈਂਟ ਆਪਰੇਟ ਹੋ ਰਹੀ ਸੀਗੀ। ਕਿਉਂ? ਦੇਖੋ ਇੱਕੋ ਚੀਜ਼ ਹੁੰਦੀ ਹੈ, ਮੈਨੂੰ ਕੋਈ ਡਰ ਨਹੀਂ ਸੀ, ਕਮੇਟੀ ਦਾ ਪ੍ਰਭਾਰ ਤੁਹਾਡੇ ਕੋਲ ਸੀ, ਤੁਹਾਨੂੰ ਕਿਸ ਗੱਲ ਦਾ ਡਰ ਹੈ? ਬਈ ਤੁਸੀਂ ਕਹਿੰਦੇ ਹੋ ਮੈਂਬਰ ਤੁਹਾਡੇ ਕੋਲ ਜ਼ਿਆਦਾ ਨੇ, ਤਾਂ ਇਲੈਕਸ਼ਨ ਕਰਾ ਲੈਂਦੇ, ਇੱਕ ਮੈਂਬਰ ਦਾ ਹੋਲਡ ਕਰ ਲੈਂਦੇ, ਤੁਹਾਨੂੰ ਕਿਤੇ ਨਾ ਕਿਤੇ ਡਾਈਸੀ ਸੀ ਨਾ, ਦੈਟ ਮੀਨਸ। ਔਰ ਦੂਜੀ ਸਭ ਤੋਂ ਵੱਡੀ ਗੱਲ ਹੈ, ਪ੍ਰਬੰਧ ਤੁਹਾਡੇ ਕੋਲ ਸੀਗਾ। ਉਹਨਾਂ ਨੂੰ ਇਲੈਕਸ਼ਨ ਤੋਂ ਡਰ ਨਹੀਂ ਸੀਗਾ, ਉਹਨਾਂ ਨੂੰ ਡਰ ਸੀ ਅਗਰ ਪਰਮਜੀਤ ਸਿੰਘ ਸਰਨਾ ਆ ਕੇ ਉਸ ਸੀਟ ਤੇ ਬਹਿ ਗਿਆ ਤੇ ਇੱਕ ਦੇ ਪੱਤਰੇ ਖੋਲ ਦੇਗਾ। ਕਿਉਂਕਿ ਪਰਮਜੀਤ ਸਿੰਘ ਸਰਨਾ ਦਾ ਇਤਿਹਾਸ ਰਿਹਾ ਹੈ, ਅੱਜ 10 ਸਾਲ ਹੋਣ ਨੂੰ, 9.5 ਸਾਲ ਹੋਣ ਨੂੰ ਆ ਗਏ ਨੇ, ਸਾਰਾ ਪ੍ਰਬੰਧ ਇਹਨਾਂ ਦੇ ਕੋਲ ਹੈ। 54 ਦੀ ਰਵਾਦਾਰੀ ਸਾਬਿਤ ਨਹੀਂ ਕਰ ਪਾਏ। ਇਹਨਾਂ ਨੂੰ ਡਰ ਹੀ ਇਹੀ ਸੀ ਕਿ ਕਿਤੇ ਸਰਨਾ ਸਾਹਿਬ ਆ ਗਏ ਤਾਂ ਕਿਤੇ ਸਾਰਿਆਂ ਨੂੰ ਸਾਨੂੰ ਅੱਜ ਜੇਲ੍ਹ ਦੀ ਰਸਤਾ ਨਾ ਦਿਖਾ ਦੇ। ਕੁਲਤਾਰਨ ਸਿੰਘ ਜੀ ਮੌਜੂਦ ਹੈਗੇ ਨੇ। ਕੁਲਤਾਰਨ ਸਿੰਘ ਜੀ, ਆਪ ਜੀ ਪਲੀਜ਼ ਬੁਲਾਣਾ ਚਾਹਾਂਗਾ, ਕਾਲ ਕਰਨਾ ਚਾਹਾਂਗਾ। ਸਰ ਮੈਨੂੰ ਬੜੀ ਸਿੰਪਲ ਜੀ ਗੱਲ ਦੱਸੋ, ਸਿੱਖ ਪੰਥ ਦੇ ਅੰਦਰ ਪਿਛਲੇ 3 ਸਾਲਾਂ ਦੇ ਅੰਦਰ ਫਲੋ ਚੱਲਦਾ ਪਿਆ, 5 ਸਾਲ ਇਵਨ 5 ਸਾਲ ਪਲੱਸ ਕਹਾਂਗਾ, ਬਰਗਾੜੀ ਕਾਂਡ ਤੋਂ ਪਹਿਲੇ ਦਾ ਕਾਫੀ ਟਾਈਮ 5-6 ਸਾਲ ਹੋ ਚੁੱਕੇ ਨੇ, ਫਲੋ ਚੱਲਦਾ ਪਿਆ, ਬੇਦਬੀ ਹੋ ਰਹੀ ਹੈ, ਬੇਦਬੀ ਹੋ ਰਹੀ ਹੈ, ਬੇਦਬੀ ਹੋ ਰਹੀ ਹੈ। ਮਗਰ ਕੱਲ SGPC ਦੇ ਪ੍ਰਧਾਨ ਸਾਹਿਬ ਮੌਜੂਦ ਸੀ, ਕੱਲ DSGMC ਦੇ ਸਾਬਕਾ ਪ੍ਰਧਾਨ, ਮੌਜੂਦਾ ਪ੍ਰਧਾਨ, ਸਕੱਤਰ, ਜੁਆਇੰਟ ਸਕੱਤਰ, ਮੈਂਬਰ, ਸਾਰੇ ਸਭ ਮਤਲਬ A to Z ਜਿੰਨੇ ਵੀ ਟੌਪ ਮੋਸਟ ਲੀਡਰਸ ਹੈ ਸਾਰੇ ਮੌਜੂਦ ਸੀ। ਕਿ ਉਧਰ ਕੋਈ ਬੇਦਬੀ ਹੋਈ ਹੈ ਜਾਂ ਨਹੀਂ ਹੋਈ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ 51 ਮੈਂਬਰ ਜੋ DSGMC ਦੇ ਹੈਗੇ ਸਨ, ਉਹਦੇ ਵਿੱਚ ਕੁਝ ਨੋਮੀਨੇਟਡ ਸਨ, ਕੁਝ ਕੋਆਪਟੇਡ ਸਨ, ਔਰ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਉਹਦੇ ਵਿੱਚ ਸਭ ਤੋਂ ਵੱਡੇ ਜਿਹੜੇ ਸਾਡੇ SGPC ਦੇ ਪ੍ਰਧਾਨ ਧਾਮੀ ਸਾਹਿਬ ਵੀ ਸਨ ਉੱਥੇ। ਜਿਸ ਵੇਲੇ ਸਾਡੇ 4-5 ਮੈਂਬਰ ਸਾਹਿਬਾਨ ਨੇ, ਇਕਰਾਨਾ ਸਾਹਿਬ, ਆਪਣਾ ਦਾਰਾ ਸਾਹਿਬ, ਇਹਨਾਂ ਨੇ ਘੇਰਾ ਪਾਇਆ, ਬੀਬੀ ਰਣਜੀਤ ਕੌਰ ਜੀ ਸੀ ਤੇ 3-4 ਸਟਾਫ ਦੇ ਲੋਕ ਸਨ, ਉਹਨਾਂ ਨੇ ਘੇਰਾ ਪਾਈ ਰੱਖਿਆ। ਔਰ ਐਸਾ ਉੱਥੇ ਬੇਦਬੀ ਹੋ ਜਾਂਦੀ ਬਹੁਤ ਜ਼ਿਆਦਾ। ਇਹ ਬੇਦਬੀ ਇਹ ਵੀ ਸੀ, ਗੁਰੂ ਸਾਹਿਬ ਦੇ ਪਿੱਛੇ ਪਿੱਠ ਰੱਖ ਕੇ ਤੇ ਲੜਾਈਆਂ ਕਰੀ ਜਾ ਰਹੇ ਨੇ। ਅਸੀਂ ਉਹਨੂੰ ਰਿਕੁਐਸਟ ਕੀਤੀ ਬਾਰ-ਬਾਰ, ਜਿਹੜਾ ਪ੍ਰੋ ਟਰਮ ਚੇਅਰਮੈਨ ਬਣਿਆ ਸੀ ਸਰਦਾਰ ਗੁਰਦੇਵ ਸਿੰਘ ਜੀ, ਉਹਨਾਂ ਨੂੰ ਕਿਹਾ ਤੁਸੀਂ ਕੋਈ ਚੇਅਰਮੈਨ ਹੀ ਬਣੇ ਹੋ, ਕੋਈ ਰੱਬ ਤਾਂ ਨਹੀਂ ਬਣ ਗਏ। ਜੇ ਅਸੀਂ ਕੋਈ ਆਬਜੈਕਸ਼ਨ ਕਰ ਰਹੇ ਹਾਂ ਕਿ ਇਹ ਵੋਟ ਇਨਵੈਲਿਡ ਹੈ, ਇਹਨੂੰ ਤੂੰ ਖਤਮ ਕਰ ਤੇ ਅਗਲਾ ਕੰਮ ਪ੍ਰੋਸੈਸ ਸ਼ੁਰੂ ਕਰ।
ਉਹ ਕਹਿੰਦਾ ਨਹੀਂ ਜੀ ਮੈਂ ਮੰਨਦਾ ਹੀ ਨਹੀਂ, ਮੈਂ ਮੰਨਦਾ ਹੀ ਨਹੀਂ, ਇਨਵੈਲਿਡ ਨਹੀਂ, ਉਹ ਵੈਲਿਡ ਹੈ। ਜਦੋਂ ਉਹਨਾਂ ਨੇ ਆਪਣਾ ਲੈਕਚਰ ਪਹਿਲਾਂ ਦਿੱਤਾ, ਸਾਰੇ ਮੈਂਬਰਾਂ ਨੂੰ ਉਹਨਾਂ ਨੇ ਸਮਝਾਇਆ ਕਿ ਵੀ ਜੋ ਇਹ ਲਾਲ ਪਰਚੀ ਹੈ ਉਹਦੇ ਦਸਤਖਤ ਹੋਏ ਹੋਣਗੇ ਉਹਦੇ ਤੇ, ਉਸ ਪਰਚੀ ਦੇ ਉੱਤੇ ਅਸੀਂ ਨਾਮ ਲਿਖਣਾ ਹੈ ਬਸ। ਸਪੈਲਿੰਗ ਮਿਸਟੇਕ ਹੋਏਗੀ ਉਹਦੀ ਵੀ ਕੋਈ ਗਲਤੀ ਨਹੀਂ ਹੈ। ਪੰਜਾਬੀ 'ਚ ਲਿਖ ਸਕਦੇ ਹੋ, ਹਿੰਦੀ 'ਚ ਲਿਖ ਸਕਦੇ ਹੋ, ਇੰਗਲਿਸ਼ ਵਿੱਚ ਲਿਖ ਸਕਦੇ ਹੋ, ਕੋਈ ਵੀ ਗਲਤੀ ਹੋ, ਸਪੈਲਿੰਗ ਦੀ ਗਲਤੀ ਨੂੰ ਕੋਈ ਨਹੀਂ ਮੰਨਿਆ ਜਾਏਗਾ। ਅਸੀਂ ਜੋ ਹੈ ਪੂਰਾ ਉਹਦਾ ਹੀ ਕਹਿਣੇ ਦੇ ਉੱਤੇ ਹੀ ਅਸੀਂ ਉਹਨੂੰ ਓਬਜੈਕਸ਼ਨ ਕੀਤਾ ਹੈ। ਜਦੋਂ ਸਰ ਸੁਖਬੀਰ ਸਿੰਘ ਜੀ ਕਾਲੜਾ ਨੇ ਵੋਟ ਪਾਈ, ਅਸੀਂ ਜਦੋਂ ਵਿਰਕ ਸਾਹਿਬ ਨੇ ਵੋਟ ਪਾਈ ਹੈ, 1 ਨੰਬਰ ਵਾਰਡ ਉਹਨਾਂ ਦਾ ਹੈ ਰੋਹਿਣੀ ਤੋਂ, ਜਦੋਂ ਉਹਨਾਂ ਨੇ ਵੋਟ ਪਾ ਕੇ ਆਪਣੇ ਉੱਥੇ ਉਹਨੇ ਪਾਤਾ ਹੈ 51 ਮੈਂਬਰ ਸਨ ਉੱਥੇ, ਕਿਸੇ ਨੇ ਓਬਜੈਕਸ਼ਨ ਤਾਂ ਨਹੀਂ ਕੀਤਾ ਨਾ। ਜੇ 2 ਨੰਬਰ ਜਦੋਂ 2 ਨੰਬਰ ਵਾਰਡ ਆਇਆ ਸਰੂਪ ਨਗਰ ਦਾ, ਕਾਲਾ ਜੀ ਨੇ ਜਦੋਂ ਇੱਕ ਪਰਚੀ ਪਹਿਲਾਂ ਉਹਨਾਂ ਨੂੰ ਖੁਦ ਦਿਖਾਈ, ਉਹਨਾਂ ਨੇ ਲਿਖੀ ਹੋਈ ਦਿਖਾਈ ਪਰਚੀ, ਫਿਰ ਇੱਥੇ ਇੰਝ ਦਿਖਾ ਕੇ ਫਿਰ ਉਧਰ ਪਾਈ ਵੋਟ ਉਹਨਾਂ ਨੇ। ਇਹ ਸਰਾਸਰ ਗਲਤੀ ਹੈ ਉਹਨਾਂ ਦੀ, ਔਰ ਇਹ ਇਨਵੈਲਿਡ ਵੋਟ ਜਿਹੜੀ ਹੋਣੀ ਹੈ ਉਹ ਹੋਏਗੀ। ਇਹ ਅੱਜ ਨਹੀਂ ਕੀਤੀ, ਇਹਨਾਂ ਨੂੰ ਕੱਲ੍ਹ ਕਰਨੀ ਪਏਗੀ। ਜੋ ਵੀ ਇਹਨਾਂ ਨੇ ਇਲੈਕਸ਼ਨ ਦਾ ਪ੍ਰੋਸੈਸ ਕੀਤਾ ਹੈ ਉਹ ਬਹੁਤ ਗਲਤ ਕੀਤਾ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹਨਾਂ ਨੇ ਜੋ ਦਿੱਲੀ ਕਮੇਟੀ ਦੇ ਮੈਂਬਰ ਹੈਗੇ ਹਨ, 28 ਜਾਂ 29 ਮੈਂਬਰਾਂ ਨੇ ਚਿੱਠੀ ਸਾਈਨ ਕਰਕੇ ਦਿੱਤੀ ਹੈ ਪੁਲਿਸ ਨੂੰ ਕਿ ਤੁਸੀਂ ਅੰਦਰ ਆ ਜਾਓ। ਵੈਸੇ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਪੰਜਾਬ ਦੇ ਵਿੱਚ ਵੀ, ਅਗਰ ਕੋਈ ਉੱਥੇ ਸ਼੍ਰੋਮਣੀ ਕਮੇਟੀ ਦੇ ਵਿੱਚ ਪੁਲਿਸ ਆ ਜਾਂਦੀ ਹੈ ਕਿ ਕਾਂਗਰਸ ਮਾਰਨ ਬਦਸਲੂਕੀ ਕਰ ਰਹੀ ਹੈ। ਅੱਜ ਤੇ ਬੜੀ ਅਫਸੋਸ ਦੀ ਗੱਲ ਹੈ, ਇਹਨਾਂ ਦੇ ਹੀ ਬੰਦਿਆਂ ਨੇ, ਇਹਨਾਂ ਦੇ ਮੈਂਬਰਾਂ ਨੇ ਖੁਦ ਪੁਲਿਸ ਨੂੰ ਚਿੱਠੀ ਪਾ ਕੇ ਕਿ ਆ ਜਾਓ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੋ। ਔਰ ਜਦੋਂ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ, ਜਦੋਂ ਪੁਲਿਸ ਵਾਲੇ ਆ ਰਹੇ ਹਨ ਉਹ ਸਾਨੂੰ ਤੇ ਹੱਥ ਜੋੜ ਰਹੇ ਹਨ, ਮਗਰ ਸਾਡੇ ਗੁਰੂ ਸਾਹਿਬ ਦਾ ਉਹਨਾਂ ਨੇ ਸਿਰ ਤੇ ਆਪਣੇ ਪਟਕੇ ਤੇ ਬੰਦੇ ਹੋਏ ਸੀ, मगर कोई मत्था टेक के नहीं उधर आया साढ़े को भी। सानू कहते बस उठ जाओ आप, तो आप इधर से उठ जाओ, हमको ये प्रोसेस शुरू कराना है। मैंने कहा नहीं जी, हम आपको, मैंने खुद उनको चिट्ठी दिखाई है, ये डायरेक्टर को चिट्ठी दी है, वो कहना फिर हमने पुलिस को लिख देते, हम आपको भी लिख के दे देते हैं। की रोल अंदर डायरेक्टर साहब का रोल जो है, साढ़े सरना साहब गए उन्होंने को, ਵੱਡੇ ਸਰਨਾ ਸਾਹਿਬ ਵੀ ਗਏ, ਛੋਟੇ ਸਰਨਾ ਸਾਹਿਬ ਵੀ ਗਏ, ਸਰਦਾਰ ਮਨਜੀਤ ਸਿੰਘ ਜੀ ਵੀ ਗਏ, ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੀ। ਆਪ ਜੀ ਨੂੰ ਆਪ ਜੀ ਕਿਸੇ ਡਾਇਰੈਕਟਰ ਸਾਹਿਬ ਕੋਲ ਕੋਈ ਰੋਲ ਪੁੱਛਿਆ ਉਹਨਾਂ ਦਾ, ਤੁਹਾਡਾ ਰੋਲ ਕੀ ਹੈਗਾ? ਦੇਖੋ ਜੀ, ਜਦੋਂ ਡਾਇਰੈਕਟਰ ਸਾਹਿਬ ਨੇ ਪ੍ਰੋਟਮ ਚੇਅਰਮੈਨ ਬਣਾਇਆ, ਉਸ ਤੋਂ ਬਾਅਦ ਇੱਕ ਪ੍ਰੋਬਲਮ ਆਈ, ਕਿਉਂਕਿ ਗੁਰਦੇਵ ਸਿੰਘ ਨੇ ਕਿਹਾ ਜੀ ਅਸੀਂ ਜਿਹੜੀ ਵੋਟਿੰਗ ਕਰਾਵਾਂਗੇ ਉਹ ਅਸੀਂ ਹੱਥ ਖੜੇ ਕਰਾ ਕੇ ਕਰਾਵਾਂਗੇ, ਜਦ ਕਿ ਜਿਹੜਾ ਐਕਟ ਉਹਦੇ ਕਲੀਅਰ ਲਿਖਿਆ ਸੀ ਵੀ ਸੀਕ੍ਰੇਟ ਵੋਟਿੰਗ ਹੋਏਗੀ। ਅਸੀਂ ਡਾਇਰੈਕਟਰ ਸਾਹਿਬ ਕੋਲ ਪੁੱਛਿਆ ਵੀ ਦੱਸੋ ਜੀ ਕੀ ਪ੍ਰੋਸੀਜਰ ਹੈ, ਉਹਨਾਂ ਨੇ ਐਕਟ ਪੜ੍ਹ ਕੇ ਦੱਸਿਆ ਵੀ ਸੀਕ੍ਰੇਟ ਵੋਟਿੰਗ ਹੋਣੀ ਚਾਹੀਦੀ ਹੈ। ਉਹ ਉਸ ਤੋਂ ਬਾਅਦ ਜਦੋਂ ਸ਼ਾਮ ਦਾ ਟਾਈਮ ਆਇਆ, ਜਦੋਂ ਮੈਂ ਉਹਨਾਂ ਕੋਲ ਜਾ ਕੇ ਪੁੱਛਿਆ, ਮੈਂ ਕਿਹਾ ਜੀ ਜਦ ਇੰਨਾ ਬੇਦਬੀ ਹੋ ਰਹੀ ਹੈ, ਗੁਰੂ ਮਹਾਰਾਜ ਦੀ ਬੇਦਬੀ ਹੋ ਰਹੀ ਹੈ, ਇੰਨਾ ਮਾਹੌਲ ਖਰਾਬ ਹੋਇਆ ਹੈ ਕਿ ਤੁਸੀਂ ਮੀਟਿੰਗ ਐਡਜਰਨ ਨਹੀਂ ਕਰ ਸਕਦੇ, ਤੁਹਾਡੇ ਕੋਲ ਪਾਵਰ ਨਹੀਂ ਹੈ? ਕਹਿੰਦਾ ਨਹੀਂ ਜੀ ਸਾਡੇ ਕੋਲ ਕੋਈ ਪਾਵਰ ਨਹੀਂ ਹੈਗੀ। ਮੈਂ ਕਿਹਾ ਕਿਉਂ ਬਈ, ਪਾਵਰ ਕਿਉਂ ਨਹੀਂ ਹੈ? ਉਹਨਾਂ ਨੇ ਇੱਕੋ ਗੱਲ ਕਹੀ ਜੀ, ਮੈਂ ਪ੍ਰੋਟਮ ਚੇਅਰਮੈਨ ਬਣਾਤਾ ਇਸ ਕਰਕੇ ਮੇਰੇ ਕੋਲ ਕੋਈ ਪਾਵਰ ਨਹੀਂ। ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਸਵੇਰੇ ਤੁਹਾਡੇ ਕੋਲ ਪਾਵਰ ਹੈਗੀ ਸੀ, ਹੁਣ ਸ਼ਾਮ ਨੂੰ ਤੁਹਾਡੇ ਕੋਲ ਪਾਵਰ ਕੋਈ ਨਹੀਂ ਹੈ। ਫਿਰ ਦੂਸਰਾ ਮੈਂ ਉਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਜੀ ਜਿਹੜਾ ਸਟਾਫ ਤੁਸੀਂ ਨਾਲ ਲੈ ਕੇ ਆਏ ਹੋ, ਇਹ ਸਟਾਫ ਤੁਹਾਡਾ ਆਪਣਾ ਗੌਰਮੈਂਟ ਦਾ, ਦਿੱਲੀ ਸਰਕਾਰ ਦਾ ਸਟਾਫ ਹੈ, ਡਿਪਾਰਟਮੈਂਟ ਦਾ ਸਟਾਫ ਹੈ ਜਾਂ ਗੁਰਦੁਆਰਾ ਕਮੇਟੀ ਦਾ? ਕਹਿੰਦਾ ਮੇਰਾ ਹੈ। ਮੈਂ ਕਿਹਾ ਜਦ ਤੁਹਾਡੇ ਕੋਲ ਪਾਵਰ ਹੀ ਕੋਈ ਨਹੀਂ, ਤੁਹਾਡਾ ਰੋਲ ਹੀ ਕੋਈ ਨਹੀਂ, ਫਿਰ ਆਪਣੇ ਸਟਾਫ ਨੂੰ ਲੋਕ ਲੈ ਕੇ ਕਿਉਂ ਨਹੀਂ ਜਾਂਦੇ? ਕਿਉਂਕਿ ਉਹ ਤਿਆਰ ਬੈਠੇ ਸੀ ਵੀ ਇਹ ਕਿਸੇ ਤਰੀਕੇ ਆਪਣੀ ਕਮੇਟੀ ਦਾ ਕਬਜ਼ਾ ਕਰਨ ਔਰ ਉਸ ਨੂੰ ਡਿਕਲੇਅਰ ਕਰ ਦੇਣ ਜੀ ਇਹਨਾਂ ਨੇ ਕਮੇਟੀ ਬਣਾ ਲਈ ਹੈ। ਐਸੀ ਡੀਐਸਜੀਐਮਸੀ ਦੇ ਜਿੱਤੇ ਹੋਏ ਮੈਂਬਰਾਂ ਦੀ ਰਾਏ ਦੇਖਦੇ ਰਹੋ ਵੌਇਸ ਆਫ ਇੰਡੀਆ।